इसके जिस्म से खून कैसे बह रहा था, जिस्म से खून बह रहा था। आखिरी सांस ही ਉਹਦੇ ਕੋ ਮੈਂ ਪੁੱਛਿਆ ਸੀ ਰੋ ਕੇ ਉਹਨੇ ਕਿਹਾ ਅੰਮੀ ਮੈਂ ਤਾਂ ਮਰ ਚੱਲੀ ਆਂ ਤੇ ਉਹ ਦਰਿੰਦੇ ਵੀ ਨਾ ਜ਼ਿੰਦਾ ਰਹਿਣ ਤੂੰ ਅੰਮੀ ਮੇਰੀ ਖਾਤਰ ਆਵਾਜ਼ ਉਠਾਈ ਬੱਚਾ ਜ਼ਾਇਆ ਕਰਵਾ ਕੇ ਮੇਰੀ ਬੇਟੀ ਨਾਲ ਪਤਾ ਨਹੀਂ ਉਹਨਾਂ ਕੀ ਕੀਤਾ ਕੀ ਨਹੀਂ ਕੀਤਾ ਉਹ ਸਾਰਾ ਕੁਝ ਉਹਨਾਂ ਹੀ ਕਰਵਾ ਕੇ ਮੇਰੇ ਘਰ ਸੱਟ ਗਏ ਕਿਹਾ ਇਹਨੂੰ ਇੱਥੇ ਹੀ ਰਹਿਣ ਦੇ ਸਾਡੇ ਕੋਲ ਤੂੰ ਘਰ ਜਾ ਕੇ ਨਹੀਂ ਦੱਸਣਾ ਅਸੀਂ ਤੇਰੇ ਮੀਆਂ ਨੂੰ ਵੀ ਮਾਰ ਦਿਆਂਗੇ ਤੇਰੇ ਬੱਚੇ ਵੀ ਮਾਰ ਦਿਆਂਗੇ ਉਹਨਾਂ ਬੜੀ ਜ਼ਿਆਦਤੀ ਕੀਤੀ है जुल्म जना मेरी बेटी नाल करदे रहे ने जी। अस्सलाम वालेकुम नाज़रीन, मैं हूं एडी मलिक और इस वक्त पत्तों की के एक छोटे से गांव में और एक गरीब फैमिली जो इंसाफ के लिए दर बदर भटक रही है। ये तकरीबन 10 दिन पहले एक वाक़या होता है कि 15 साला कलसूम रानी जो कि यहाँ इसी गांव के वडेरे जो इस गांव के जागीरदार थे उनके घर पर वो काम किया करती थी, लेकिन उसी दौरान उनके किसी साहबजादे ने किसी अमीरजादे ने उस मासूम सी बच्ची को अपनी दरिंदगी का निशाना बना दिया। नाज़रीन कराम, गरीब फैमिली जो कि अपनी बेटी के साथ होने वाले जुल्म का इंसाफ लेने के लिए कभी डीपीओ कसूर के दफ्तर के चक्कर लगाती है तो कभी थाने के चक्कर लगाती है, लेकिन ये दरख्वास्त जो आप देख रहे हैं स्क्रीन पर भी और जो मेरे हाथ में ये दरख्वास्त है, ये दरख्वास्त लेकर ये लोग दर बदर भटक रहे हैं। ये लोग इसीलिए दर बदर भटक रहे हैं क्योंकि ये लोग गरीब हैं। लेकिन सबसे पहले हम जानते हैं कि इस तरह की जो मासूम और गरीब घर की जो बच्चियां जो लोगों के घरों पे काम करती हैं उनको जिनसी ज्यादती का निशाना बनाने के बाद जब उन्हें मौत के घाट उतार दिया जाता है तो फिर उसके बाद इंसाफ लेने वालों के बारे में क्या कुछ कहा जाता है और क्या धमकियां लगाई जाती हैं, सारा कुछ कलसूम के वालिदैन से जानते हैं। कुछ और भी उनके अजीज़ो कारिब हैं, उनसे भी जानते हैं कि ये असल मामला है। वालेकुम अस्सलाम। बाजी क्या नाम है आपका? मेरा नाम फरजाना है जी। ये कलसूम आपकी क्या लगती है? मेरी बेटी है जी। अच्छा, की मामला होया सी? ਤੁਹਾਡੀ ਬੱਚੀ ਕਿੱਥੇ ਕੰਮ ਕਰਦੀ? मेरी बेटी नैत औजले के घर काम करती थी जी। ਕੌਣ ਹੈਗਾ ਨੈਤ ਔਜਲਾ? नैत औजला जी इत्थों दा ਜ਼ਿਮੀਂਦਾਰ है। ਤੇ ਉੱਥੇ ਕਿੰਨੇ ਅਰਸੇ ਤੋਂ ਕੰਮ ਕਰਦੀ ਪਈ? 2 ਸਾਲ ਤੋਂ ਮੇਰੀ ਬੇਟੀ ਉਹਨਾਂ ਦੇ ਘਰ ਹੀ ਰਹਿ ਰਹੀ ਸੀ, ਦਿਨ ਪਰ ਰਾਤ ਹੀ ਜੀ ਉਹਨਾਂ ਘਰ ਹੀ ਕੰਮ ਕਰਦੀ ਸੀ। ਜਿਸ ਵਕਤ ਉਹਦੇ ਨਾਲ ਜੀ ਇਹ ਵਾਕਿਆ ਹੋਇਆ ਉਸ ਟਾਈਮ 5 ਮਹੀਨੇ ਤੋਂ ਉਹਨਾਂ ਸਾਨੂੰ ਮਿਲਣ ਨਹੀਂ ਦਿੱਤਾ ਜੀ। ਮੈਂ ਆਪਣੀ ਬੇਟੀ को ਪੁੱਛਿਆ ਬੇਟਾ ਤੈਨੂੰ ਕੀ ਹੋਇਆ, ਤੂੰ ਬਿਮਾਰ ਹੈ, ਤੈਨੂੰ ਕੀ ਮਸਲਾ? ਉਹਨੇ ਕਿਹਾ ਅੰਮੀ ਮੈਨੂੰ ਨਸੀਮ ਬੀਬੀ ਮੈਨੂੰ ਲੈ ਕੇ ਗਏ ਨੇ ਡਾਕਟਰ ਕੋਲ, ਉਹਨਾਂ ਮੈਨੂੰ 7 ਮਾਹ ਦਾ ਦੱਸਿਆ ਹੈ। ਮੈਂ ਪੁੱਛਿਆ ਬੇਟਾ ਤੈਨੂੰ ਇਹ ਕਿਹਨੇ ਕੀਤਾ? ਉਹਨੇ ਕਿਹਾ ਇਹਦੇ ਬੇਟਿਆਂ ਨੇ ਕੀਤਾ ਹੈ ਜੀ ਜੋ ਕੁਛ ਕੀਤਾ। ਮੈਂ ਆਂਟੀ ਨੂੰ ਪੁੱਛਿਆ ਆਂਟੀ ਤੁਸੀਂ ਬੇਟੀ ਬਣਾ ਕੇ ਰੱਖਿਆ ਸੀ, ਤੁਸੀਂ ਕਹਿੰਦੇ ਸੀ ਮੈਂ ਆਪਦੇ ਕੋਲ ਸਵਾਨੀ ਆ ਨਾਲ ਵਾਲੀ ਮੰਜੀ ਤੇ। ਮੈਂ ਤੁਹਾਨੂੰ ਇਹ ਵੀ ਆਂਟੀ ਜੀ ਕਿਹਾ ਸੀ ਗਰੀਬ ਦੀ ਇੱਜ਼ਤ ਨਾ ਲੱਖਾਂ ਤੇ ਨਾ ਹਜ਼ਾਰਾਂ, ਮੈਂ ਤੁਹਾਡੇ ਕੋਲ ਇਹ ਬੇਟੀ ਨਹੀਂ ਮੈਂ ਬੇਟਾ ਇਹ ਪੈਦਾ ਕੀਤਾ ਸੀ। ਕਿਉਂ ਮੇਰੇ ਮਥਾਜ ਮੀਆਂ ਦੀ ਉਹ ਮੇਰੇ ਕੋਲ ਇੰਝ ਸਮਝੋ ਕਿ ਮੇਰਾ ਬੇਟਾ ਹੀ ਵੱਡਾ ਸੀ, ਮੇਰਾ ਉਹ ਸਾਰਾ ਜ਼ਿੰਮੇਦਾਰੀ ਉਹਨੇ ਚੁੱਕੀ ਹੋਈ ਸੀ ਘਰ ਦੀ ਜੀ। ਉਹਨਾਂ ਬੜੀ ਜ਼ਿਆਦਤੀ ਕੀਤੀ ਹੈ, ਜ਼ੁਲਮ ਜ਼ਨਾ ਮੇਰੀ ਬੇਟੀ ਨਾਲ ਕਰਦੇ ਰਹੇ ਨੇ ਜੀ। ਹਟ ਕੇ ਉਹਨੂੰ ਸਾਰਾ ਕੁਝ ਕਰਵਾ ਕੇ ਉਹਨੂੰ ਘਰ ਸੱਟ ਗਏ ਨੇ ਜੀ। ਅੱਛਾ, ਇਹ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਤੁਹਾਡੀ ਜਿਹੜੀ ਬੇਟੀ ਹੈ ਉਹ ਹਾਮਲਾ ਹੋ ਗਈ ਹੈ, ਇਹ ਤੁਹਾਨੂੰ ਤੁਹਾਡੀ ਬੇਟੀ ਨੇ ਦੱਸਿਆ ਸੀ ਜਾਂ ਫਿਰ ਕਿਸੇ ਹੋਰ ਨੇ ਦੱਸਿਆ? ਮੇਰੀ ਬੇਟੀ ਨੇ ਬਤਾਇਆ ਸੀ ਜੀ, ਮੈਂ ਉਹਨੂੰ ਲੈਣ ਵਾਸਤੇ ਗਈ ਸਾਂ ਜੀ। ਉਹਨਾਂ ਕਿਹਾ ਇਹਨੂੰ ਇੱਥੇ ਹੀ ਰਹਿਣ ਦੇ ਸਾਡੇ ਕੋਲ, ਤੂੰ ਘਰ ਜਾ ਕੇ ਨਹੀਂ ਦੱਸਣਾ ਅਸੀਂ ਤੇਰੇ ਮੀਆਂ ਨੂੰ ਵੀ ਮਾਰ ਦਿਆਂਗੇ ਤੇਰੇ ਬੱਚੇ ਵੀ ਮਾਰ ਦਿਆਂਗੇ। ਇਹ ਕੌਣ ਕਹਿੰਦਾ ਸੀ ਧਮਕੀਆਂ? ਕੌਣ? ਨਸੀਮ ਨੇ ਕਿਹਾ ਸੀ ਜੀ। ਉਹਨੇ ਮੈਨੂੰ ਬਤਾਇਆ ਤੂੰ ਘਰ ਜਾ ਕੇ ਨਹੀਂ ਦੱਸਣਾ, ਅਗਰ ਤੈਨੂੰ ਪੈਸਿਆਂ ਦੀ ਲੋੜ ਹੈ ਤਾਂ ਤੂੰ ਉਹ ਲੈ ਜਾ ਸਾਡੇ ਕੋਲੋਂ। ਤੁਹਾਡੀ ਬੇਟੀ ਨੂੰ ਹਾਮਲਾ ਕਿਹਨੇ ਕੀਤਾ ਸੀ? ਹਾਮਲਾ ਚੌਧਰੀ ਦਨਾਨ, ਚੌਧਰੀ ਬਲਾਲ ਔਰ ਚੌਧਰੀ ਸਮਾਨ। ਇਹ ਕੌਣ ਹੈਗੇ ਨੇ? ਇਹ ਉਹਨਾਂ ਦੇ ਬੇਟੇ ਨੇ ਜੀ। ਕਿੰਨੇ ਅਰਸੇ ਤੋਂ ਉਹਦੇ ਨਾਲ ਜ਼ਿਆਦਤੀ ਕਰਦੇ ਰਹੇ ਸੀ? ਇਹ ਹੁਣ 2.5 ਸਾਲ ਤੋਂ ਉਹਨਾਂ ਦੇ ਘਰ ਕੰਮ ਕਰਦੀ ਰਹੀ ਹੈ ਜੀ। ਪਤਾ ਨਹੀਂ ਹੁਣ ਕਦੋਂ ਲੱਗੇ ਰਹੇ ਨੇ, ਕੀ ਉਹਦੇ ਨਾਲ ਜ਼ੁਲਮ ਕਰਦੇ ਰਹੇ ਨੇ, ਕੀ ਨਹੀਂ ਕੀਤਾ। ਹਟ ਕੇ ਉਹਨੂੰ ਮਾਰ ਕੇ ਮੇਰੇ ਘਰ ਸੱਟ ਗਏ ਨੇ, ਧਮਕੀਆਂ ਲਾ ਕੇ ਗਏ ਨੇ। ਇਹ ਪੌੜੀਆਂ ਤੋਂ ਡਿੱਗ ਪਈਏ, ਪੈਸੇ ਲੈ ਲਾ ਤੂੰ ਸਾਡੇ ਕੋਲੋਂ, ਤੂੰ ਚੁੱਪ ਕਰ ਜਾ, ਇਸ ਗੱਲ ਤੇ ਮਿੱਟੀ ਪਾ ਦੇ, ਤੂੰ ਕਿਸੇ ਨੂੰ ਕਹਿਣਾ ਨਹੀਂ ਘਰ 'ਚ। ਸਰ ਮੈਂ ਕਿਵੇਂ ਨਾ ਕਹਿੰਦੀ ਜਦੋਂ ਮੇਰੀ ਬੇਟੀ ਮੇਰੇ ਕੋਲ ਨਹੀਂ ਰਹੀ, ਮੈਂ ਕਿਵੇਂ ਨਾ ਆਵਾਜ਼ ਉਠਾ ਸਕਦੀ? ਸਰ ਮੇਰੇ ਨਾਲ ਬੜੀ ਜ਼ਿਆਦਤੀ ਹੋਈ ਹੈ, ਮੈਨੂੰ ਇਨਸਾਫ ਚਾਹੀਦਾ। ਮਰੀਮ ਨਵਾਜ਼ ਕੋਲੋਂ ਵੀ ਮੈਂ ਇਨਸਾਫ ਮੰਗਣੀ ਆ ਜੀ। ਜਿਹੜੇ ਦੁਨੀਆ ਦੇ ਵੱਡੇ ਬਾਦਸ਼ਾਹ ਨੇ ਮੈਂ ਉਹਨਾਂ ਕੋਲ ਇਨਸਾਫ ਮੰਗਣੀ ਆ। ਮੈਂ ਕਿੰਨੀਆਂ ਕੋਰਟ ਕਚਹਿਰੀਆਂ ਫਿਰੀਆਂ, ਮੇਰਾ ਕੋਈ ਇਨਸਾਫ ਨਹੀਂ ਲੈ ਰਿਹਾ। ਫਿਰ ਉਸ ਤੋਂ ਬਾਅਦ ਬੱਚੀ ਦੇ ਨਾਲ ਜਿਹੜਾ ਇਹ ਮਾਮਲਾ ਹੋਇਆ ਸੀ, ਉਹ ਬੱਚੀ ਦਾ ਕਤਲ ਕਿਵੇਂ ਹੋਇਆ? ਉਹ ਕਤਲ ਹੋਈ ਸੀ ਜਾਂ ਫਿਰ ਉਹ ਖੁਦ ਆਪਣੀ ਮੌਤ ਮਰੀ ਸੀ? ਉਹਨਾਂ ਜੀ ਬੱਚਾ ਜ਼ਾਇਆ ਕਰਵਾ ਕੇ ਮੇਰੀ ਬੇਟੀ ਨਾਲ ਪਤਾ ਨਹੀਂ ਉਹਨਾਂ ਕੀ ਕੀਤਾ ਕੀ ਨਹੀਂ ਕੀਤਾ, ਉਹ ਸਾਰਾ ਕੁਝ ਉਹਨਾਂ ਹੀ ਕਰਵਾ ਕੇ ਮੇਰੇ ਘਰ ਸੱਟ ਗਏ ਨੇ। ਅਗਰ ਉਹਦਾ ਬੱਚਾ ਨਾ ਜ਼ਾਇਆ ਕਰਾਉਂਦੇ ਤੇ ਖਰੇ ਉਹ ਬਚ ਹੀ ਜਾਂਦੀ। ਬੱਚਾ ਜ਼ਾਇਆ ਉਹਨਾਂ ਨੇ ਕਰਵਾਇਆ ਸੀ? ਹਾਂਜੀ, ਉਹ ਕਰਵਾ ਕੇ ਮੇਰੇ ਘਰ। ਕਿਸ ਜਗ੍ਹਾ ਤੋਂ ਕਰਵਾਇਆ ਸੀ? ਇਹ ਪਤਾ ਨਹੀਂ ਜੀ ਹੱਲੇ ਤੋਂ ਕਰਵਾਇਆ ਨੇ ਕਿ ਪੱਤੋਂ ਕੀ ਤੋਂ ਕਰਵਾਇਆ ਨੇ। ਇਹ ਜੀ ਉਹਨਾਂ ਨੂੰ ਪੁੱਛਿਆ ਜਾਏ, ਉਹਨਾਂ ਤੇ ਕਾਰਵਾਈ ਕੀਤੀ ਜਾਏ, ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਮੈਨੂੰ ਸਰ ਇਨਸਾਫ ਚਾਹੀਦਾ ਹੈ, ਮੈਨੂੰ ਹੋਰ ਦੁਨੀਆ ਦੀ ਕੋਈ ਲੋੜ ਨਹੀਂ, ਨਾ ਕੋਈ ਪੈਸਾ, ਨਾ ਕੋਈ ਦੌਲਤ, ਨਾ ਕੋਈ ਸ਼ੋਹਰਤ, ਮੈਨੂੰ ਸਿਰਫ ਇਨਸਾਫ ਚਾਹੀਦਾ ਹੈ।
ਅਸੀਂ ਜਦੋਂ ਆਏ ਆ ਤੁਸੀਂ ਕਿਹਾ ਕਿ ਜੀ ਸਾਨੂੰ ਧਮਕੀਆਂ ਲਗਾ ਰਹੇ ਨੇ ਹਾਂਜੀ, ਕਿ ਜੀ ਧਮਕੀਆਂ ਅਸੀਂ ਲਗਾ ਤੁਹਾਡੀ ਰਹੇ ਨੇ। ਬੱਚੀ ਦੀ ਜਿਹੜੀ ਲਾਸ਼ ਹੈਗੀ ਉਹ ਵੀ ਕਬਰ ਚੋਂ ਕੱਢ ਕੇ ਸੁੱਟ ਹਾਂਜੀ। ਦਿਆਂਗੇ, ਦਰਿਆ 'ਚ ਰੋੜ ਦਿਆਂਗੇ। ਇਹ ਕੌਣ ਕਹਿੰਦਾ ਹੈ? ਇਹ ਜੀ ਉਹਨਾਂ ਦੇ ਬੇਟੇ ਨੇ ਕਿਹਾ ਹੈ, ਅਗਰ ਤੂੰ ਇਨਸਾਫ ਇਹ ਵਾਪਸ ਨਹੀਂ ਨਾ ਲੈਂਦੀ ਆਪਦੀ ਜਿਹੜੀ ਤੂੰ ਦਰਖਾਸਤ ਦਿੱਤੀ ਹੋਈ ਹੈ, ਜੇ ਅਗਰ ਤੇਰੀ ਬੇਟੀ ਨੂੰ ਹੀ ਪੱਟ ਕੇ ਕਿਸੇ ਦਰਿਆ ਵਿੱਚ ਛੱਡ ਦੀ ਤੇ ਫਿਰ ਤੂੰ ਕਿੱਥੋਂ ਡੀਐਨ ਟੈਸਟ ਬਣਵਾਏਂਗੀ ਤੇ ਕਿਵੇਂ ਤੂੰ ਕਰੇਂਗੀ ਤੇ ਕਿੱਥੇ ਅਗਰ ਤਿੱਕਰ ਤੂੰ ਜਾਏਂਗੀ। ਸਰ ਮੈਂ ਤੁਹਾਨੂੰ ਜਦੋਂ ਬੱਚੀ ਪਤਾ ਲੱਗਿਆ ਕਿ ਬੱਚੀ ਕਤਲ ਹੋ ਗਈ ਹੈ ਜਾਂ ਬੱਚੀ ਨੂੰ ਮਾਰ ਦਿੱਤਾ ਹੈ, ਇਹ ਕਿਸ ਤਰ੍ਹਾਂ ਪਤਾ ਚੱਲਿਆ ਸੀ? ਇਹ ਜੀ ਮੇਰੀ ਬੇਟੀ ਨੇ ਮੈਨੂੰ ਆਖਰੀ ਸਾਹ ਸੀ ਉਹਦੇ ਕੋ ਮੈਂ ਪੁੱਛਿਆ ਸੀ ਰੋ ਕੇ, ਉਹਨੇ ਕਿਹਾ ਅੰਮੀ ਮੈਂ ਤਾਂ ਮਰ ਚੱਲੀ ਹਾਂ ਤੇ ਉਹ ਦਰਿੰਦੇ ਵੀ ਨਾ ਜ਼ਿੰਦਾ ਰਹਿਣ, ਤੂੰ ਅੰਮੀ ਮੇਰੀ ਖਾਤਰ ਆਵਾਜ਼ ਉਠਾਈ। ਮੈਨੂੰ ਦਬਾ ਦਿੰਦੇ ਰਹੇ ਨੇ, ਮੈਨੂੰ ਆਂਦੀ ਸੀ ਤੇਰੇ ਵੀਰ ਮਾਰ ਦਿਆਂਗੇ, ਤੇਰੇ ਪਿਓ ਨੂੰ ਮਾਰ ਦਿਆਂਗੇ। ਇਸ ਗੱਲ ਤੋਂ ਸਾਰਾ ਅਸੀਂ ਚੁੱਪ ਰਹੇ ਹਾਂ, ਸਾਨੂੰ ਕੁਝ ਸਮਝ ਨਹੀਂ ਸੀ ਆਂਦੀ ਵੀ ਅਸੀਂ ਕੀ ਕਹੀਏ ਜਾਂ ਕੀ ਨਾ ਕਹੀਏ। ਉਹ ਅਮੀਰ ਆਦਮੀ ਨੇ, ਅਸੀਂ ਗਰੀਬ, ਅਸੀਂ ਮੰਗ ਕੇ ਖਾਣੇ ਆ ਸਰ, ਸਾਨੂੰ ਬੜੇ ਗਰੀਬ ਆ ਅਸੀਂ, ਸਾਨੂੰ ਇਨਸਾਫ ਚਾਹੀਦਾ ਸਰ। ਆ ਮੇਰੀ ਬੇਟੀ ਹੈ ਸਰ, ਇੱਕ ਮੇਰੀ ਆ ਬੇਟੀ ਹੈ, ਇੱਕ ਛੋਟੀ अंदर सुती पी है, एक मेरा आ बेटा है, एक सर मेरा आ बेटा है। तो आपके शोहर क्या काम करते हैं? मेरा शोहर जी कोई काम नहीं करता, बस ਮੰਗ ਬਿੰਨ ਕੇ ਆਂਦਾ ਹੈ ਜੀ ਤੇ ਆਪਦੀ ਰੋਜ਼ੀ ਰੋਟੀ ਇਕੱਠੀ ਕਰਕੇ ਸਾਡਾ ਗੁਜ਼ਰ ਬਸਰ ਸਹੀ ਹੋ ਰਿਹਾ ਸੀ ਸਰ। ਉਹਨਾਂ ਬੜੀ ਜ਼ਿਆਦਤੀ ਕੀਤੀ ਹੈ ਸਰ ਸਾਡੇ ਨਾਲ, ਮੈਨੂੰ ਇਨਸਾਫ ਚਾਹੀਦਾ ਹੈ। ਮੈਂ ਇਸ ਮੀਡੀਆ ਵਾਲੇ ਜੋ ਮੇਰੀ ਆਵਾਜ਼ ਸੁਣ ਰਹੇ ਨੇ ਭੈਣ ਭਰਾ ਸਾਰੇ, मेरी उन्हें अगे अपील है, मैनू इंसाफ लैके देन जी, मैनू जरूर इंसाफ जी लैके बिल्कुल देन। नाज़रीन, आपने ये बच्ची की तस्वीर भी देखी होगी और बीच में भी आप इस बच्ची की तस्वीरें देख रहे हैं। यकीन करें कि इस घर में वो मनाजिर हैं, ये आप देख सकते हैं कि यहाँ पर क्या हालात हैं इनके। माँ जी तुसी की कहोगे? मैं मुठाई दी माँ कहते हैं अगर किसी को बताया मार के सट जावांगे असीं तुहानू, तुहाडा ना कोई अग्गा पता लगेगा ना कोई पीछा पता लगेगा। ने बात सरेगे ना। हाँ जी, ये बताइएगा कि अब आप लोग ये डीपीओ के ऑफिस गए थे, उन्होंने क्या कहा था आपको? ਉਹਨਾਂ ਸਰ ਜੀ ਆਖਿਆ ਪੱਤੋ ਚਲੇ ਜਾਓ। ਪੱਤੋ ਕਿ ਅਸੀਂ ਗਏ ਆ, ਜਾ ਕੇ ਉੱਥੇ ਪੇਸ਼ ਹੋਏ ਆ, ਉਹਨਾਂ ਕਿਹਾ ਜੀ ਤੁਸੀਂ ਸਰਾਏ ਮੁਗਲ ਆ ਜਾਓ, ਉੱਥੇ ਚੱਲ ਕੇ ਤੁਹਾਡੀ ਸੁਣਨੇ ਆ। ਅਸੀਂ ਸਰ ਜੀ डीपीओ साहब मिले सी तानू? ਡੀਪੀਓ ਸਾਹਿਬ ਐਸਐਚ ਮਿਲੇ ਸਨ, ਡੀਐਸਪੀ। क्या बाजी है मामला? डीपीओ के पास भी आप ये दरखास्त लेके गए, वो क्यों नहीं कर रहे परस्यू? दरखास्त लेके गए थे तो उन्होंने बोला कि खुली कचहरी लगेगी सिटी थाना चूनिया में। तो हम फिर उधर आए हैं चूनिया में। चूनिया जब आए हैं तो उन्होंने बोला कि आप ऐसा करना कि आपको डीएसपी के ऑफिस से ये कॉल आएगी और वो आपको बुला लेंगे और आपके साथ इंसाफ होगा। ठीक है, हम उधर आए हैं, जब हम पत्तों की गए हमें उन्होंने बुलवाया, हम पत्तों की गए, जब पत्तों की से उन्होंने बोला कि हम उधर जा रहे हैं थाना सराय मुगल, आप जल्दी जल्दी उधर आ जाओ। हम सब उधर चले गए, जब उधर गए तो वो कहते जी वो तो आगे कहीं और चले गए। फिर हम उधर सारा दिन बैठे रहे, धक्के खाते रहे, बातें सुनते रहे लोगों की। फिर हम वापसी आ गए, कहते जी सुबह आना 10 बजे, रात को कोई हम नहीं बात सुन सकते। सुबह हम फिर गए, कहते जी 2 बजे आ जाना, हम 2 बजे गए, फिर 2 बजे नहीं हमारी कोई बात हुई। वो कहते जी हम तो अभी उधर है, सुबह 10 बजे फिर आना। ऐसे ही हो रहा है जी बार बार। अच्छा, अब बच्ची का पोस्टमार्टम भी हुआ था? नहीं, बिना पोस्टमार्टम के ही बच्ची को तदफीन कर बच्ची को दफना दिया। जब दूसरे दिन इनकी जो अरशद भाई है ना, उनकी अम्मी और उनकी सास जिन्होंने नहलाया था, उन्होंने बोला कि ये पसलियां जो है वो तो गिरने से चलो टूट गई, ये जो गर्दन है ये भी नहीं हिल रही थी, तो इसके जिस्म से खून कैसे बह रहा था, जिस्म से खून बह रहा था। फिर जब उन्होंने अपनी बेगम चीज मारी थी उसके जिस्म के? ने, वो कह रहे थे कि सीढ़ियों से गिरी है, ये सीढ़ियों से गिरी। मुल्जमान कह रहे थे कि सीढ़ियों से गिरी। मान कह रहे थे, ये नसीम बीबी कह रही थी, उनकी जो मुलजिम है उनकी माँ है जो, वो कह रही थी। और जब इसने अरशद ने अपनी बीवी को अंदर बुलाया कि सही सही बोलो ये क्या माजरा है, जब हम दफना के आ गए हैं, दूसरे दिन की बात है 30 तारीख की, जब हम आए हैं तो इन्होंने फिर बताया कि मुझे इस तरह उन्होंने पिस्तौल रखा था बिलाल ने, और उसने ये बोला था कि घर जाके किसी को नहीं बताना, अगर किसी को बताया तो तेरे बच्चे और तेरे मियाँ को सबको ऐसे खत्म कर देंगे कि नजर भी नहीं आएंगे। ये बेचारी 2 दिन तो ऐसे खामोशी से बैठी रही। जब इसको इसके मियाँ ने पूछा, उन्होंने फिर बताया कि मेरे साथ इस तरह हमारी बेटी के साथ ये हुआ था जब मैं 24 तारीख वाले दिन गई हूँ उनके घर, तो ये माजरा मैंने देखा था, तो मैं तो उसी दिन से खामोश होके। बाजी अब आपका मुतालबा क्या है? पुलिस क्या कहती है? पर्चा क्यों दर्ज नहीं कर रही?
ये असर रसूख वाले आदमी हैं। राणा बरादरी जो है, राणा हयात साहब, उनके साथ उनके ताल्लुकात बहुत ज़्यादा हैं, इसलिए हमारी कोई सुनवाई कहीं भी नहीं हो रही। हम चाहते हैं कि राणा साहब, राणा सिकंदर हयात साहब और मरियम नवाज साहबा हमारी दादरसी करें, हमारी इमदाद करें, हमें इंसाफ दें। जी बिल्कुल नाज़रीन कराम, इन्हें सिर्फ इंसाफ चाहिए और ऐसे जालिम दरिंदों के खिलाफ जो है वो सख्त एक्शन लेना चाहिए ताकि आइंदा किसी भी ऐसी बेटी के साथ इस तरह का कोई वाकया पेश ना आए। अब चूंकि मुलजमान यहाँ पर असर रसूख वाले हैं और पुलिस इनकी किसी भी किस्म की कोई दादरसी करने के लिए कुछ भी नहीं कर रही, सिर्फ सवाए इनको कि कभी इस थाने में आ जाएं तो कभी वहां पर आ जाएं। ये गरीब लोग हैं, क्या ये गरीब लोग इस तरह धक्के खाते रहेंगे? क्या पुलिस का काम ऐसे बाअसर माफिया को बचाना है या फिर इन जैसे गरीब लोगों की मदद करना है?